ਸਾਡੀ ਆਖਰੀ ਇੱਛਾ ਹੈ ਕਿ ਅਸੀਂ ਫਾਂਸੀ ਦਾ ਰੱਸਾ ਆ ਇਹਨੂੰ ਅਸੀਂ ਆਪਣੇ ਹੱਥੀਂ ਆਪਣੇ ਗਲ ਵਿੱਚ ਪਾਉਣਾ ਚਾਹੁੰਦੇ ਹਾਂ। ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੱਤੀ ਜਾਵੇ। ਪਰ ਆਈ ਜੀ ਸੌਰੀ ਫੀਲ ਕਰਦਾ, ਕਹਿੰਦਾ ਨਹੀਂ ਹਰਜਿੰਦਰ ਸਿੰਘ ਸੁਖਦੇਵ ਸਿੰਘ ਸੌਰੀ, ਇਹ ਸਾਡਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ। 8 ਅਕਤੂਬਰ ਨੂੰ ਸਾਡੇ ਜਿਹੜੇ ਪਰਿਵਾਰਕ ਮੈਂਬਰ ਗਏ ਸੀ, ਕੋਈ 29-30 ਮੈਂਬਰ ਸੀਗੇ, ਜਿਨ੍ਹਾਂ ਨੂੰ ਸਰਕਾਰ, ਕੁਝ ਮੈਂਬਰ ਤੇ ਟ੍ਰੇਨ ਦੇ ਰਾਹੀਂ ਗਏ, ਕੁਝ ਮੈਂਬਰ ਸਾਡੇ ਜਿਹੜੇ ਪਰਿਵਾਰਕ ਮੈਂਬਰ ਸੀ ਮੇਰੇ, ਸੁਖਦੇਵ ਦੇ, ਹਰਜਿੰਦਰ ਵੀਰ ਦੇ, ਇਹਨਾਂ ਨੂੰ ਪੁਲਿਸ ਆਪੋ ਆਪਣੇ ਘਰਾਂ ਤੋਂ ਖੜ ਕੇ ਤੇ ਦਿੱਲੀ ਤੋਂ ਬਾਈ ਏਅਰ ਪੂਨੇ ਲੈ ਕੇ ਗਈ। ਪੂਨੇ ਖੜ ਕੇ ਉਹਨਾਂ ਨੇ ਫਿਰ ਵੀਰਾਂ ਦੀ ਜਿਹੜੀ ਸੀਗੀ ਮੁਲਾਕਾਤ ਸ਼ੁਰੂ ਕਰਾਈ। ਇਹਨਾਂ ਨੇ ਕੋਈ ਗਰੁੱਪ ਬਣਾ ਲਏ, 5-5 ਦੇ ਗਰੁੱਪ ਬਣਾ ਕੇ ਉਹਨਾਂ ਗਰੁੱਪਾਂ ਦੇ ਵਿੱਚ ਸਵੇਰੇ ਕੋਈ 9:30 ਵਜੇ ਤੋਂ ਲੈ ਕੇ ਸ਼ੁਰੂ ਕਰਤੀ ਸੀ ਮੁਲਾਕਾਤ ਕਰਾਉਣੀ ਵੀਰਾਂ ਦੇ ਨਾਲ। ਤੇ ਮੇਰਾ ਜਿਹੜਾ ਟਾਈਮ ਸੀ ਮੈਨੂੰ ਮਿਲਿਆ ਵੀਰਾਂ ਦੇ ਨਾਲ ਮੁਲਾਕਾਤ ਦਾ, ਉਹ ਸੀਗਾ 7:30 ਤੋਂ 8 ਤੱਕ, ਅੱਧਾ ਘੰਟਾ, ਸਵੇਰੇ ਕਿ ਸ਼ਾਮੀ। ਪਹਿਲਾਂ ਮੈਂ ਵੀਰ ਹਰਜਿੰਦਰ ਸਿੰਘ, ਵੀਰ ਸੁਖਦੇਵ ਸਿੰਘ ਇਕੱਠੇ ਇੱਕੋ ਬੈਰਕ 'ਚ ਰਹਿੰਦੇ ਸੀਗੇ। 15 ਜੁਲਾਈ 1992 ਨੂੰ ਜਦੋਂ ਵੀਰਾਂ ਨੂੰ ਸੁਪਰੀਮ ਕੋਰਟ ਤੋਂ ਫਾਂਸੀ ਦੀ ਸਜ਼ਾ ਹੁੰਦੀ ਆ ਕੇਸ 'ਚ, ਮੇਰਾ ਕੇਸ ਬਰੀ ਹੋ ਜਾਂਦਾ। ਵੀਰਾਂ ਭਾਈ ਹਰਜਿੰਦਰ ਸਿੰਘ, ਭਾਈ ਸੁਖਦੇਵ ਸਿੰਘ ਨੂੰ ਉੱਥੋਂ ਜਦੋਂ ਫਾਂਸੀ ਦੀ ਸਜ਼ਾ ਹੁੰਦੀ, ਉਹਦੇ ਬਾਅਦ ਦੇ ਵਿੱਚ ਮੇਰੀ ਬੈਰਕ ਵੱਖਰੀ ਕਰ ਦਿੱਤੀ ਜਾਂਦੀ ਆ ਵੀਰਾਂ ਨਾਲੋਂ, ਕਿਉਂਕਿ ਜਿਹੜਾ ਜੇਲ੍ਹ ਮੈਨੂਅਲ ਆ ਉਹਦੇ ਮੁਤਾਬਕ ਜਦੋਂ ਸੁਪਰੀਮ ਕੋਰਟ ਤੋਂ ਫਾਂਸੀ ਦੀ ਸਜ਼ਾ ਹੋ ਜਾਂਦੀ ਓਕੇ, ਤੇ ਅੰਡਰ ਟ੍ਰਾਇਲ ਬੰਦੇ ਨੂੰ ਉਹਨਾਂ ਦੇ ਨਾਲ ਨਹੀਂ ਰਹਿਣ ਦਿੱਤਾ ਜਾਂਦਾ। ਮੇਰੀ ਬੈਰਕ ਜਿਹੜੀ ਸੀ ਉਹ ਜਿੱਥੇ ਫਾਂਸੀ ਵੀਰਾਂ ਨੂੰ ਦਿੱਤੀ ਗਈ ਉਸ ਦੇ ਨਾਲ ਬੈਰਕ ਇੱਕ ਸਪੈਸ਼ਲ ਤਿਆਰ ਕੀਤੀ ਗਈ, ਮੈਨੂੰ ਉਸ ਬੈਰਕ 'ਚ ਲੈ ਗਏ। ਤਾਂ 9 ਅਕਤੂਬਰ ਨੂੰ ਫਾਂਸੀ ਹੋਣੀ, 8 ਨੂੰ ਸ਼ੁਰੂ ਕੀਤੀ ਸਾਡੀ ਮੁਲਾਕਾਤਾਂ ਸ਼ੁਰੂ ਹੋਈਆਂ। ਮੇਰਾ ਟਾਈਮ ਸੀਗਾ 7 ਤੋਂ 7:30 ਤੋਂ 8 ਵਜੇ ਤੱਕ। ਬਾਕੀ ਪਰਿਵਾਰਕ ਪਹਿਲਾਂ ਮੁਲਾਕਾਤਾਂ ਕੀਤੀਆਂ ਸਾਰਿਆਂ ਨੇ। ਮੈਨੂੰ ਫਿਰ 7:30 ਤੋਂ 8 ਵਜੇ ਦਾ ਵਿੱਚ ਮੈਨੂੰ ਵੀਰਾਂ ਕੋਲ ਮੇਰੀ ਬੈਰਕ ਤੋਂ ਲੈ ਕੇ ਗਏ ਬੈਰਕ ਸ਼ਾਮਾਂ ਨੂੰ। ਜਦੋਂ ਅਸੀਂ ਗਏ ਫਿਰ ਅਸੀਂ ਆਪਸ ਵਿੱਚ ਮਤਲਬ ਜੇ ਕਾਰਜ ਜਾਏ, ਗੁਰੂ ਫਤਿਹ ਬੁਲਾਈ ਤੇ ਗੱਲਾਂ ਬਾਤਾਂ ਕੀਤੀਆਂ। 8 ਅਕਤੂਬਰ ਨੂੰ ਮਿਲਦੇ ਅਸੀਂ ਵੀਰਾਂ ਨੂੰ, ਮੇਰੇ ਆਪਣੀ ਮੌਤ ਦਾ ਕੋਈ ਉਹਨਾਂ ਨੂੰ ਫਿਕਰ ਨਹੀਂ ਸੀਗਾ, ਉਹਨਾਂ ਨੂੰ ਮੇਰਾ ਫਿਕਰ ਸੀਗਾ ਕਿ ਮੇਰਾ ਇੱਕ ਕੇਸ ਯੂਪੀ ਦੇ ਵਿੱਚ ਚੱਲ ਰਿਹਾ ਸੀਗਾ। ਤੇ ਮੈਨੂੰ ਦੱਸਦੇ ਆ, ਅਸੀਂ ਨਿਰਭੈਲ ਸਿੰਘ ਨੂੰ ਕਹਿਤਾ ਕਿ ਉੱਥੇ ਜਾ ਕੇ ਆਹ ਵਕੀਲ ਕਰ ਲਓ। ਅਸੀਂ ਇਹਨਾਂ ਨੂੰ ਮਾਤਾ ਜੀ ਨੂੰ ਆਹ ਮੈਸੇਜ ਦਿੱਤਾ ਵੀ ਉੱਥੇ ਆਹ ਗੱਲਾਂ ਕਰਨੀਆਂ, ਤੁਸੀਂ ਵਕੀਲ ਆਹ ਜਾ ਕੇ ਕਰੋ ਉੱਥੇ ਨਿਰਮਲ ਸਿੰਘ ਦਾ, ਤਾਂ ਕਿ ਇਹਦਾ ਕੇਸ ਇਹਦੇ ਜਾਣ ਤੋਂ ਪਹਿਲਾਂ ਉੱਥੇ ਵਕੀਲ ਹੋਣਾ ਚਾਹੀਦਾ। ਦੇਖੋ, ਜਦੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਾਂ ਕਰਦੇ ਆ ਵੀਰ ਬਿਲਕੁਲ ਡੋਲੇ ਨਹੀਂ, ਮਤਲਬ ਖੁਸ਼-ਖੁਸ਼ ਹੱਸ-ਹੱਸ ਕੇ ਗੱਲਾਂ ਕੀਤੀਆਂ ਉਹਨਾਂ ਨੇ, ਜਿਸ ਤਰ੍ਹਾਂ ਇੱਕ ਦੂਸਰੇ ਨੂੰ ਮਜ਼ਾਕ ਕਰਦੇ ਰਹੇ। ਤੇ ਜਦੋਂ ਅਸੀਂ ਆਪਸ ਵਿੱਚ ਮਿਲੇ ਤਿੰਨੋਂ ਵੀਰ, ਤੇ ਮਤਲਬ ਸਾਨੂੰ ਇਹ ਨਹੀਂ ਕਿ ਅਸੀਂ ਵੀਰਾਂ ਨੇ ਫਾਂਸੀ ਮੌਤ ਨੂੰ ਵਿਆਹ ਲੈਣਾ, ਉਸ ਕਰਕੇ ਸਾਡੀਆਂ ਅੱਖਾਂ ਭਰੀਆਂ ਕਿ ਅਸੀਂ ਅੱਜ ਵਿਛੜ ਜਾਣਾ ਤਿੰਨਾਂ ਨੇ। ਕਿਉਂਕਿ ਅਸੀਂ ਜਦੋਂ ਤੁਰੇ ਸੀ ਸਾਡਾ ਸੀ ਵੀ ਅਸੀਂ ਸਾਰੇ ਹੀ ਸ਼ਾਇਦ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸਾਰੇ ਇੱਕੋ ਮਾਰਗ ਤੇ ਚੱਲਾਂਗੇ। ਪਰ ਉਸ ਦਿਨ ਮੇਰੀਆਂ ਵੀ ਅੱਖਾਂ 'ਚ ਪਾਣੀ ਆਇਆ ਤੇ ਵੀਰਾਂ ਦੀਆਂ 'ਚ ਆਇਆ ਵੀ ਅੱਜ 2 ਵੀਰ ਜਾ ਰਹੇ ਆ ਤੇ ਤੀਜਾ ਇੱਥੇ ਬੈਠਾ। ਉਹ ਟਾਈਮ ਮਤਲਬ ਸਾਨੂੰ ਤਿੰਨਾਂ ਨੂੰ ਹੀ ਅੱਖਾਂ 'ਚ ਭਰ ਆਈਆਂ ਸਾਡੀਆਂ ਇੱਕ ਦੂਜੇ ਨੂੰ ਦੇਖ ਕੇ। ਇਹ ਆਖਰੀ ਜੱਫੀ ਉਦੋਂ ਹੀ ਰਾਤ ਨੂੰ ਹੀ ਪਾਈ ਗਈ ਸਾਡੀ, ਜਿਹੜੀ ਅਸੀਂ ਮੁਲਾਕਾਤ ਕੀਤੀ ਉਹ ਜੱਫੀ ਅਸੀਂ ਰਾਤ ਨੂੰ ਹੀ ਉਸ ਟਾਈਮ ਤੇ ਪਾ ਲਈ ਜਦੋਂ 7:30 ਤੋਂ 8 ਦੇ ਵਿੱਚ ਮੁਲਾਕਾਤ ਹੋਈ ਮੇਰੀ। ਉਹਦੇ ਬਾਅਦ ਵਿੱਚ ਮੇਰੀ ਮੁਲਾਕਾਤ ਤੋਂ ਬਾਅਦ 'ਚ ਫਿਰ ਮੈਨੂੰ ਮੇਰੀ ਬੈਰਕ 'ਚ ਲੈ ਗਏ। ਮੇਰੀ ਬੈਰਕ ਉੱਥੇ ਸੀ ਜਿੱਥੇ ਵੀਰਾਂ ਨੂੰ ਫਾਂਸੀ ਦਿੱਤੀ ਜਾਣੀ ਸੀ। ਮੈਂ ਤਾਂ ਸਾਰੀ ਰਾਤ ਪਾਠ ਕਰਦਾ ਰਿਹਾ, ਮੈਂ ਨਹੀਂ ਸੁੱਤਾ, ਵੀਰ ਸੁੱਤੇ, ਕਿਉਂਕਿ ਜਿਹੜੇ ਉਹ ਬੈਰਕ ਦੇ ਵਿੱਚ ਪੁਲਿਸ ਵਾਲੇ ਸੀਗੇ ਪਹਿਰੇ ਤੇ, ਉਹ ਸਾਡੇ ਕਾਫੀ ਸਾਰੇ ਮਿੱਤਰ ਬਣੇ ਹੋਏ, ਸਾਡੇ ਨਾਲ ਬਹੁਤ ਪ੍ਰੇਮ ਕਰਦੇ ਸੀਗੇ। ਉਹਨਾਂ ਮੁੜ ਕੇ ਅਗਲੇ ਦਿਨ ਮੈਨੂੰ ਦੱਸਿਆ ਜਦੋਂ ਵੀਰਾਂ ਨੂੰ ਫਾਂਸੀ ਹੋ ਗਈ ਕਿ ਵੀਰ ਤੁਹਾਡੇ ਭਰਾ ਸੁਖਦੇਵ ਸਿੰਘ, ਹਰਜਿੰਦਰ ਸਿੰਘ ਜਦੋਂ ਮੁਲਾਕਾਤਾਂ ਦਾ ਸਿਲਸਿਲਾ ਖਤਮ ਹੋਇਆ ਤੇ ਫਿਰ ਉਹ ਸੌਂ ਗਏ। ਸੌਂ ਕੇ ਇਹ ਫਿਰ ਕੋਈ 2-2:30 ਦੇ ਕਰੀਬ ਉੱਠ ਕੇ ਇਹਨਾਂ ਦਹੀਂ ਆਪਣਾ ਲਾਇਆ ਹੋਇਆ ਸੀ, ਉਹਨਾਂ ਦਹੀਂ ਦੇ ਨਾਲ ਕੇਸੀ ਇਸ਼ਨਾਨ ਕੀਤਾ। ਕੇਸੀ ਇਸ਼ਨਾਨ ਕਰਨ ਤੋਂ ਬਾਅਦ 'ਚ ਫਿਰ ਇਹਨਾਂ ਨੇ ਗੁਰਬਾਣੀ ਪੜ੍ਹੀ। ਕਰੀਬ 4 ਵਜੇ ਤੋਂ ਕੁਝ ਚਿਰ ਪਹਿਲਾਂ ਮੈਂ ਪਾਠ ਕਰ ਰਿਹਾ ਸੀ ਤੇ ਮੈਨੂੰ ਵੀਰਾਂ ਦੀ ਆਵਾਜ਼ ਆਈ, ਸੁਖਦੇਵ ਸਿੰਘ ਨੇ ਜੈਕਾਰਾ ਗਜਾਇਆ, ਬੋਲੇ ਸੋ ਨਿਹਾਲ।
ਸਤਿ ਸ੍ਰੀ ਅਕਾਲ। ਅਸੀਂ ਮੈਂ ਤੇ ਹਰਜਿੰਦਰ ਫਿਰ ਪਿੱਛੇ ਪਿੱਛੇ ਜਵਾਬ ਦੇਣ ਲੱਗ ਗਏ। ਮੈਂ ਆਪਣੀ ਜਿਹੜੀ ਕਮਰੇ 'ਚ ਮੈਨੂੰ ਬੰਦ ਕੀਤਾ ਮੈਂ ਉੱਥੋਂ ਬੋਲ ਰਿਹਾ ਸੀ ਤੇ ਸੁਖਦੇਵ ਸਿੰਘ ਅੱਗੇ ਮਤਲਬ ਮੇਰੇ ਅੱਗੋਂ ਦੀ ਲੰਘਣਾ ਸੀ, ਮਤਲਬ ਦਿਖਣਾ ਨਹੀਂ, ਮੇਰੇ ਦੀਵਾਰ ਸੀ, ਦੀਵਾਰ ਦੇ ਪਿੱਛੇ ਗਲੀ ਸੀ, ਉਹਦੇ ਅੱਗੋਂ ਦੀ ਫਾਂਸੀ ਘਰ ਨੂੰ ਜਾਣਾ ਸੀ। ਵੀਰ ਸੁਖਦੇਵ ਸਿੰਘ ਨਾਅਰੇ ਲਾ ਰਹੇ ਖਾਲਿਸਤਾਨ ਜਿੰਦਾਬਾਦ ਤੇ ਮੈਂ ਤੇ ਹਰਜਿੰਦਰ ਪਿੱਛੋਂ ਜਵਾਬ ਦੇ ਰਹੇ ਸੀ ਵੀ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾ ਰਹੇ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਾਬਾਦ ਦੇ ਨਾਅਰੇ ਲਾ ਰਹੇ ਸੀ। ਫਿਰ ਮੇਰੀ ਬੈਰਕ ਦੇ ਸਾਹਮਣੇ ਇੱਕ ਬੈਰਕ ਆ, ਉਹਦੇ ਵਿੱਚ ਵੀਰਾਂ ਨੂੰ ਲਿਆਣ ਕੇ ਇਕੱਲੇ ਇਕੱਲੇ ਕਮਰੇ 'ਚ ਕਰਤਾ ਬੰਦ। ਉੱਥੇ ਵੀਰਾਂ ਨੇ ਫਿਰ ਮੇਰੇ ਨਾਲ ਆਮੋ ਸਾਹਮਣੇ ਗੱਲਾਂ ਕੀਤੀਆਂ ਕਿਉਂਕਿ ਸਮਾਂ ਕੋਈ 4 ਵਜਣ ਵਾਲੇ ਸੀਗੇ। 4 ਤੋਂ ਕੁਝ ਮਿੰਟ ਪਹਿਲਾਂ ਦੀ ਗੱਲ ਹੈ। 9 ਅਕਤੂਬਰ ਨੂੰ 4 ਵਜੇ ਤੋਂ ਕੁਝ ਚਿਰ ਪਹਿਲਾਂ, ਮਤਲਬ ਜਿੱਦਾਂ 3:45 ਉੱਥੇ ਆ ਗਏ ਮੇਰੇ ਕੋਲ ਸਾਹਮਣੇ। ਉੱਥੇ ਵੀਰਾਂ ਨੇ ਕੀਰਤਨ ਸੋਲੇ ਦਾ ਪਾਠ ਕੀਤਾ। ਪਹਿਲਾਂ ਪਾਠ ਤੇ ਕਰ ਆਏ ਸੀ ਬੈਰਕ ਦੇ ਵਿੱਚ ਹੀ, ਜਿਹੜਾ ਕੀਰਤਨ ਸੋਲੇ ਦਾ ਪਾਠ ਸੀ ਉਹ ਮੇਰੇ ਸਾਹਮਣੇ ਕੀਤਾ ਬੈਰਕ ਦੇ ਵਿੱਚ, ਜਿਹੜੀ ਮੇਰੇ ਸਾਹਮਣੇ ਬੈਰਕ ਸੀ ਉੱਥੇ ਕੀਤਾ। ਦੋਨਾਂ ਵੀਰਾਂ ਨੇ ਉੱਚੀ ਆਵਾਜ਼ 'ਚ ਕੀਤਾ ਤੇ ਮੈਂ ਸਾਰਾ ਸੁਣਿਆ। ਜੇਕਰ ਜ਼ਿੰਦਗੀ ਹੈ ਤਾਂ ਫਿਰ ਸ਼ੇਰ ਦੀ ਹੈ ਤੇ ਜਿਹੜਾ ਅਣਖ ਨਾਲ ਜੰਗਲੀ ਭੁੱਖਦਾ ਲੈ ਕੇ ਜਾਂਦੇ ਵੀਰਾਂ ਨੂੰ ਫਾਂਸੀ ਦੇ ਤਖਤੇ ਵੱਲ ਨੂੰ। ਉਹ ਸਾਹਮਣੇ ਮੇਰੀ ਬੈਰਕ ਦੇ ਹੈਗਾ, ਉੱਥੇ ਸਾਰੀ ਹਰ ਗੱਲ ਨਿੱਕੀ ਨਿੱਕੀ ਗੱਲ ਸੁਣਾਈ ਦਿੰਦੀ ਹੈ ਮੇਰੇ ਕਮਰੇ 'ਚ ਮੈਨੂੰ। ਤੇ ਅੱਗੇ ਜਦੋਂ ਜਲਾਦ ਖਲੋਤਾ ਵੀ ਮਠਿਆਈ ਨਾਲ ਲੈ ਕੇ ਗਿਆ ਸੀ ਤੇ ਉਹਨੂੰ ਕਹਿੰਦੇ ਵੀ ਲੈ ਆ ਜਾ, ਮੂੰਹ ਮਿੱਠਾ ਕਰ ਲਾ, ਅੱਜ ਅਸੀਂ ਮੌਤ ਨੂੰ ਵਿਆਹੁਣ ਚੱਲੇ ਆ, ਸਾਡਾ ਵਿਆਹ ਆ ਤੇ ਮੂੰਹ ਮਿੱਠਾ ਕਰ। ਤੇ ਜਲਾਦ ਜਿਹੜਾ ਨਾ ਉਹ ਮਤਲਬ ਇਹ ਚੀਜ਼ ਤੋਂ ਘਬਰਾ ਗਿਆ, ਉਹਨੇ ਨਹੀਂ ਲਈ, ਕਹਿੰਦਾ ਨਹੀਂ ਮੈਂ ਖਾ ਨਹੀਂ ਸਕਦਾ। ਫਿਰ ਵੀਰਾਂ ਨੂੰ ਮਤਲਬ ਜਦੋਂ ਫਾਂਸੀ ਦੇ ਤਖਤੇ ਦੇ ਉੱਤੇ ਖੜਾ ਕਰ ਦਿੱਤਾ ਦੋਨਾਂ ਨੂੰ। ਤੁਹਾਨੂੰ ਦਿਸ ਰਹੇ ਸੀ? ਨਾ ਦਿਖਦੇ ਨਹੀਂ ਮੈਨੂੰ, ਲੇਕਿਨ ਇਸ ਤਰ੍ਹਾਂ ਹੁੰਦਾ ਸੀ ਵੀ ਮੈਨੂੰ ਦੇਖ ਰਹੇ ਆ, ਜਿੱਦਾਂ ਗੱਲਾਂ ਬਾਤਾਂ ਚੱਲ ਰਹੀਆਂ, ਗੱਲਾਂ ਬਾਤਾਂ ਹਰ ਮੈਨੂੰ ਸੁਣ ਰਹੀ ਆ, ਹਰ ਚੀਜ਼ ਮੈਨੂੰ ਸੁਣਦੀ ਆ ਵੀ ਕੀ ਹੋ ਰਿਹਾ। ਪਹਿਲਾਂ ਵੀਰ ਸੁਖਦੇਵ ਨੂੰ ਤਿਆਰ ਕੀਤਾ ਗਿਆ, ਮਤਲਬ ਕੀ ਕਰਦੇ ਆ, ਪਿੱਛੇ ਹੱਥ ਬੰਨ੍ਹ ਲੈਂਦੇ ਆ, ਪੈਰਾਂ ਨੂੰ ਇੱਕ ਪੱਟੀ ਬੰਨ੍ਹ ਦਿੰਦੇ ਆ ਵੀ ਜਿਹੜੀ ਸਿੱਧਾ ਬੰਦਾ ਰਵੇ, ਵੀ ਇੱਧਰ ਉੱਧਰ ਹੱਥ ਪੈਰ ਨਾ ਹੋਣ। ਤੇ ਦੂਸਰੀ ਵਾਰ ਮੁੜ ਕੇ ਹਰਜਿੰਦਰ ਵੀਰ ਨੂੰ ਤਿਆਰ ਕਰਦੇ, ਪਹਿਲਾਂ ਸੁਖਦੇਵ ਸਿੰਘ ਨੂੰ ਤਿਆਰ ਕੀਤਾ ਤੇ ਫਿਰ ਹਰਜਿੰਦਰ ਸਿੰਘ ਨੂੰ ਕਰਦੇ। ਜਦੋਂ ਤਿਆਰ ਕਰਨ ਤੋਂ ਪਹਿਲਾਂ IG ਉੱਥੇ ਜੇਲ੍ਹ IG ਆ, ਮੈਜਿਸਟ੍ਰੇਟ ਹੈਗਾ ਉੱਥੇ ਜਿਹੜਾ, ਉਹਨਾਂ ਨੂੰ ਕਹਿੰਦੇ ਕਿ ਮਤਲਬ IG ਸਾਹਿਬ ਸਾਡੀ ਆਖਰੀ ਇੱਛਾ ਆ ਕਿ ਅਸੀਂ ਜਿਹੜੀ ਮਤਲਬ ਫਾਂਸੀ ਦਾ ਰੱਸਾ ਆ ਇਹਨੂੰ ਅਸੀਂ ਆਪਣੇ ਹੱਥੀਂ ਆਪਣੇ ਗਲ ਵਿੱਚ ਪਾਉਣਾ ਚਾਹੁੰਦੇ ਹਾਂ। ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੱਤੀ ਜਾਏ ਕਿ ਅਸੀਂ ਜਿਹੜਾ ਫਾਂਸੀ ਦਾ ਰੱਸਾ ਹੈ ਅਸੀਂ ਆਪਣੇ ਹੱਥ ਨਾਲ ਗਲ 'ਚ ਪਾਈਏ। ਪਰ ਉਹ IG ਸੌਰੀ ਫੀਲ ਕਰਦਾ, ਕਹਿੰਦਾ ਨਹੀਂ ਹਰਜਿੰਦਰ ਸਿੰਘ ਸੁਖਦੇਵ ਸਿੰਘ ਸੌਰੀ, ਇਹ ਸਾਡਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨ ਦੇ ਸਕਦੇ, ਇਸ ਕਰਕੇ ਸਾਡੇ ਵੱਲੋਂ ਮਜਬੂਰੀ ਹੈ ਸਾਡੀ, ਅਸੀਂ ਸੌਰੀ ਮੰਗਦੇ ਤੁਹਾਡੇ ਕੋਲ। ਤੇ ਫਿਰ ਵੀਰ ਕਹਿੰਦੇ ਵੀ ਇਹ ਗੱਲ ਮੈਨੂੰ ਕੰਨੀ ਸੁਣਦੀ, ਕੰਨੀ, ਕਿਉਂਕਿ ਮੇਰਾ ਨਾਲ ਹੀ ਕਮਰਾ ਆ, ਇਹ ਮੈਂ ਕੰਨੀ ਸੁਣੀਆਂ ਜਿਹੜੀਆਂ ਗੱਲਾਂ ਮੈਂ ਦੱਸ ਰਿਹਾ ਨਾ, ਇਹ ਕਿਸੇ ਨੂੰ ਨਹੀਂ ਪਤਾ। ਜਿੰਨਿਆਂ ਨੂੰ ਵੀ ਦੱਸੀਆਂ ਉਹ ਮੈਂ ਦੱਸੀਆਂ, ਕਿਉਂਕਿ ਉੱਥੇ ਕੋਈ ਨਹੀਂ ਸੀ ਉਸ ਟਾਈਮ ਤੇ, ਸਿਰਫ ਮੇਰਾ ਕਮਰਾ ਸੀ ਤੇ ਮੇਰੇ ਸਾਹਮਣੇ ਫਾਂਸੀ ਦਾ ਕੰਧ ਦੇ ਅਗਲੇ ਪਾਸੇ ਫਾਂਸੀ ਦੀ ਕੋਠੜੀ ਆ ਜਿੱਥੇ ਵੀਰਾਂ ਨੂੰ ਫਾਂਸੀ ਦਿੱਤੀ ਜਾਣੀ। ਇਹ ਹਰ ਚੀਜ਼ ਮੈਂ ਕੰਨੀ ਸੁਣੀ ਹੋਈ ਹੈ, ਨਾ ਕਿ ਮਤਲਬ ਕਿਸੇ ਦੀ ਸੁਣੀ ਸੁਣਾਈ ਨਹੀਂ ਹੈ, ਇਹ ਮੈਂ ਆਪਣੀ ਕੰਨੀ ਸੁਣੀ ਹੈ। ਤੇ ਵੀਰ ਕਹਿੰਦੇ ਕਿ ਚਲੋ ਠੀਕ ਹੈ ਜੇਲ੍ਹ IG ਸਾਹਿਬ, ਜਿਹੜਾ ਤੁਹਾਡਾ ਕਾਨੂੰਨ ਆਂਦਾ ਤੁਸੀਂ ਉਸ ਤਰ੍ਹਾਂ ਕਰ ਲਓ। ਫਿਰ ਮੈਨੂੰ ਕਹਿੰਦੇ ਆਵਾਜ਼ ਦੇ ਕੇ ਕਹਿੰਦੇ ਨਿਰਮਲ ਸਿੰਘ, ਜਦੋਂ ਫੱਟਾ ਡਿੱਗਣਾ, ਸਾਡਾ ਫਾਂਸੀ ਦਾ ਫੱਟਾ ਡਿੱਗਣਾ ਨਾ, ਤੇਰੀ ਰੋਣ ਦੀ ਆਵਾਜ਼ ਨਹੀਂ ਆਉਣੀ ਚਾਹੀਦੀ, ਤੇਰੀ ਜੰਕਾਰੇ ਦੀ ਆਵਾਜ਼ ਸਾਡੇ ਕੰਨਾਂ 'ਚ ਪੈਣੀ ਚਾਹੀਦੀ। ਜਦੋਂ ਅਸੀਂ ਸ਼ਹੀਦੀ ਦੇਣੀ ਆ, ਸ਼ਹੀਦੀ ਹੁੰਦਿਆਂ ਨੂੰ ਤੇਰੇ ਜੰਕਾਰੇ ਦੀ ਆਵਾਜ਼ ਸਾਡੇ ਕੰਨਾਂ 'ਚ ਪੈਣੀ ਚਾਹੀਦੀ ਆ, ਨਾ ਕਿ ਤੇਰੇ ਕੋਈ ਹੋਰ ਕਿਸੇ ਕਿਸਮ ਦੀ ਤੇਰੀ ਆਵਾਜ਼ ਆਵੇ। ਜਦੋਂ ਫੱਟਾ ਡਿੱਗਦਾ ਸੀ ਉਹਦੀ ਆਵਾਜ਼ ਮੇਰੇ ਕਮਰੇ 'ਚ ਆਉਂਦੀ ਆ, ਜੋ ਖਿੱਚਦੇ ਆ ਨਾ। ਮੈਂ ਕਿਹਾ ਨਹੀਂ, ਤੁਹਾਨੂੰ ਇਹ ਮੈਂ ਬਿਲਕੁਲ ਤੁਹਾਡੀਆਂ ਇੱਛਾਵਾਂ 'ਤੇ ਪੂਰਾ ਉਤਰਾਂਗਾ, ਮੇਰੇ ਮਨ 'ਚ ਇਹ ਨਹੀਂ ਆਏਗਾ ਕਿ ਮੈਂ ਕਿਤੇ ਛੋਟਾ ਦਿਲ ਨਹੀਂ ਕਰਾਂਗਾ, ਭਾਵੇਂ ਮੈਂ ਇਕੱਲਾ ਹੀ ਰਹਿ ਰਿਹਾ ਇੱਥੇ ਤੁਹਾਡੇ ਪਿੱਛੇ, ਮੈਂ ਇਕੱਲੇ ਰਹਿ ਜਾਣਾ, ਪਰ ਤੁਹਾਡਾ ਹੁਕਮ ਜਿਹੜਾ ਉਹ ਮੇਰੇ ਲਈ ਸਿਰ ਮੱਥੇ ਆ, ਇਹ 'ਚ ਮੈਂ ਕਦੇ ਵੀ ਘਬਰਾਵਾਂਗਾ ਨਹੀਂ, ਕਦੇ ਡੋਲਾਂਗਾ ਨਹੀਂ, ਜਦ ਤੱਕ ਜੀਵਾਂਗਾ ਤੁਹਾਡੀ ਮਤਲਬ ਜਿਹੜੀ ਬੋਲ ਹੈ ਇਹਨਾਂ ਦੀ ਮੈਂ ਪੁਗਾ ਕੇ ਰੱਖਾਂਗਾ, ਪੁਗਾਵਾਂਗਾ ਪੂਰੇ ਇਹਨਾਂ ਬੋਲਾਂ ਨੂੰ। ਜਦੋਂ ਵੀਰਾਂ ਨੂੰ ਫਾਂਸੀ ਦਿੱਤੀ ਜਾਂਦੀ, ਤਖਤਾ ਖਿੱਚਿਆ, ਵੀਰ ਹਰਜਿੰਦਰ ਸਿੰਘ ਨੂੰ ਜਦੋਂ ਤਿਆਰ ਕਰ ਲਿਆ, ਵੀਰ ਹਰਜਿੰਦਰ ਸਿੰਘ ਆਂਦਾ ਸੁਖਦੇਵ ਸਿੰਘ ਨੂੰ, ਸੁਖਦੇਵ ਸਿੰਘ ਚੱਲ ਪਈ ਹੁਣ ਗੁਰੂ ਫਤਿਹ ਬੁਲਾਈਏ। ਮੈਨੂੰ ਕਹਿੰਦੇ ਚੱਲ ਨਿਰਮਲ ਸਿੰਘ ਗੁਰੂ ਫਤਿਹ ਬੁਲਾਈਏ ਆਪਾਂ। ਅਸੀਂ ਫਿਰ ਆਪਸੇ ਗੱਲਾਂ ਹੀ ਤੋਂ ਗੁਰੂ ਫਤਿਹ, ਆਖਰੀ ਗੁਰੂ ਫਤਿਹ ਜਿਹੜੀ ਅਸੀਂ ਉਹ ਤਿੰਨਾਂ ਵੀਰਾਂ ਨੇ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਤੇ ਮੈਂ, ਤਿੰਨਾਂ ਵੀਰਾਂ ਨੇ ਸਾਂਝੀ ਕੀਤੀ, ਸਾਡੇ ਲਾਗੇ ਹੋਰ ਕੋਈ ਨਹੀਂ ਹੈ। ਅਸੀਂ ਉੱਚੀ ਆਵਾਜ਼ 'ਚ ਜਦੋਂ ਵੀਰਾਂ ਨੂੰ ਤਿਆਰ ਕਰ ਲਿਆ,
ਫਾਂਸੀ ਦੇ ਤਖਤ ਤੇ ਖਲੋਤੇ ਸੀ ਵੀਰ ਦੋਨੋਂ। ਫਾਂਸੀ ਦੇ ਤਖਤ ਜਿੱਥੋਂ ਫਾਂਸੀ ਦੇਣੀ ਉਹ ਤਖਤ ਦੇ ਉੱਤੇ ਖਲੋ ਕੇ ਗੱਲਾਂ ਕਰ ਰਹੇ ਆ। ਤੇ ਸਖਦੇਵ ਕਹਿੰਦਾ ਜਦੋਂ ਪਹਿਲਾਂ ਵੀਰ ਸਖਦੇਵ ਨੂੰ ਤਿਆਰ ਕੀਤਾ ਫਾਂਸੀ ਦੇ ਤਖਤੇ ਤੇ ਖੜਾ ਕਰਕੇ, ਨਾਲ ਹਰਜਿੰਦਰ, ਬਾਅਦ ਚ ਹਰਜਿੰਦਰ ਵੀਰ ਨੂੰ ਤਿਆਰ ਕੀਤਾ। ਵੀਰ ਨਾਲ ਨੇ ਫਾਂਸੀ ਦੇ ਤਖਤ ਤੇ ਖਲੋ ਕੇ ਮੈਨੂੰ ਕਿਹਾ, ਮੈਨੂੰ ਆਵਾਜ਼ ਦਿੱਤੀ ਆ, ਨਿਰਮਲ ਸਿੰਘ ਚੱਲ ਹੁਣ ਆਖਰੀ ਗੁਰੂ ਫਤਿਹ ਬੁਲਾਈਏ। ਫਿਰ ਅਸੀਂ ਉਹ ਫੱਟਾ ਖਿੱਚਣ ਤੋਂ ਪਹਿਲਾਂ ਆਖਰੀ ਗੁਰੂ ਫਤਿਹ ਬੁਲਾਈ ਜ਼ੋਰ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਤਿੰਨਾਂ ਨੂੰ ਸੁਣਦੀ ਆਪਸ ਵਿੱਚ ਆਵਾਜ਼ਾਂ। ਫਿਰ ਜਦੋਂ ਫਾਂਸੀ ਦਾ ਤਖਤਾ ਉਹ ਡਿੱਗਦਾ ਤੇ ਮੇਰੇ ਆਵਾਜ਼ ਮੇਰੇ ਪੂਰੀ ਆਉਂਦੀ ਹੈ ਕਮਰੇ 'ਚ, ਥੋੜਾ ਗਰਮ ਕਰਦੀ ਆਵਾਜ਼ ਆਉਂਦੀ ਹੈ ਨਾ ਵੀ ਥੱਲੇ ਕੋਈ ਚੀਜ਼ ਡਿੱਗੀ ਆ। ਫਿਰ ਮੈਂ ਜ਼ੋਰ ਦੀ ਜੈਕਾਰਾ ਛੱਡਦਾ, ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਤੇ ਖਾਲਸਾ ਜਿੰਦਾਬਾਦ, ਸੰਤ ਜਰਨੈਲ ਸਿੰਘ ਰਾਜੇ। ਮੈਂ ਫਿਰ ਨਾਅਰੇ ਲਾਣਾ, ਮੈਂ ਕੋਈ 5-10 ਮਿੰਟ ਇਕੱਲੇ ਨੇ ਨਾਅਰੇ ਲਾਏ। ਇੱਥੋਂ ਵੀਰਾਂ ਨੇ ਮੁੜ ਕੇ ਉਹ ਫਿਰ ਵੀਰਾਂ ਦੀ ਆਵਾਜ਼ ਤੇ ਆਣੀ ਨਹੀਂ ਸੀ, ਕਿਉਂਕਿ ਵੀਰ ਤਾਂ ਫਾਂਸੀ ਦੇ ਰੱਸੇ ਨੂੰ ਚੁੰਮ ਚੁੱਕੇ ਸੀਗੇ। ਉਹਨਾਂ ਦੀ ਤੇ ਵੀਰ ਇੱਕ ਹਰਜਿੰਦਰ ਦੀ ਤੇ ਕੋਈ 22-23 ਸੈਕਿੰਡ ਦੇ ਵਿੱਚ ਹੀ ਸ਼ਹੀਦੀ ਹੋ ਗਈ। ਤੇ ਸਖਦੇਵ ਵੀਰ ਦਾ ਵੇਟ ਥੋੜਾ ਜਿਹਾ ਘੱਟ ਸੀਗਾ, ਉਹਨਾਂ ਦੇ 2 ਸੈਕਿੰਡ ਜ਼ਿਆਦਾ ਲੱਗੇ ਸ਼ਹੀਦੀ ਹੋਣ ਨੂੰ। ਤੇ ਇੰਨਾ ਕਿ ਸੀਗਾ ਉੱਥੋਂ ਦਾ ਉਹ ਟਾਈਮ ਦਾ ਸਮਾਂ। ਕੋਈ ਕਰੀਬ 4 ਵਜੇ ਰਾਈਟ 4 ਵਜੇ ਵੀਰਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ 9 ਅਕਤੂਬਰ 1992 ਨੂੰ।